ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਕਹਾਣੀਆਂ 'ਚ। ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ। ਗੁਰਮੀਤ ਕੌਰ ਦੇ ਇੱਕ ਪੁੱਤਰ ਅਤੇ ਇੱਕ ਧੀ ਸੀ। ਉਸ ਦਾ ਘਰ ਵਾਲਾ ਛੋਟੇ ਛੋਟੇ ਬੱਚੇ ਸੀ ਜਦੋਂ ਪੂਰਾ ਹੋ ਗਿਆ ਸੀ। ਉਸ ਨੇ ਦੋਵਾਂ ਬੱਚਿਆਂ ਨੂੰ ਬਹੁਤ ਸ਼ੌਂਕ ਨਾਲ ਪੜ੍ਹਾ ਲਿਖਾ ਕੇ ਪਾਲਿਆ। ਉਸ ਨੇ ਕਦੇ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ। ਬੱਚੇ ਪੜ੍ਹ ਲਿਖ ਕੇ ਵਧੀਆ ਨੌਕਰੀ 'ਤੇ ਲੱਗ ਗਏ। ਉਸ ਨੇ ਦੋਵਾਂ ਬੱਚਿਆਂ ਦੇ ਬਹੁਤ ਵਧੀਆ ਰੀਤੀ ਰਿਵਾਜਾਂ ਅਤੇ ਸ਼ੌਂਕ ਨਾਲ ਵਿਆਹ ਕੀਤੇ। ਉਸ ਦੀ ਨੂੰਹ ਪੜ੍ਹੀ ਲਿਖੀ ਅਤੇ ਚੰਗੇ ਘਰਾਣੇ ਦੀ ਸੀ। ਉਸ ਦੀ ਕੁੜੀ ਦੇ ਸਹੁਰੇ ਵੀ ਵਧੀਆ ਚੰਗੇ ਘਰਾਣੇ ਦੇ ਪਰਿਵਾਰ ਵਿੱਚੋਂ ਸਨ। ਉਸ ਦਾ ਜਵਾਈ ਵੀ ਉਸ ਦੀ ਧੀ ਵਾਂਗੂ ਟੀਚਰ ਲੱਗਿਆ ਹੋਇਆ ਸੀ। ਜਦੋਂ ਉਸ ਦੀ ਨੂੰਹ ਅਤੇ ਪੁੱਤ ਦੋਵੇਂ ਨੌਕਰੀ 'ਤੇ ਚਲੇ ਜਾਂਦੇ ਤਾਂ ਉਹ ਸਾਰਾ ਘਰ ਸਾਂਭ ਲੈਂਦੀ। ਉਸ ਦੀ ਸਿਹਤ ਬਹੁਤ ਵਧੀਆ ਪਈ ਸੀ, ਇਸ ਲਈ ਉਹ ਘਰ ਦੇ ਸਾਰੇ ਕੰਮ ਵਿੱਚ ਆਪਣੀ ਨੂੰਹ ਦਾ ਪੂਰਾ ਸਾਥ ਦਿੰਦੀ ਸੀ। ਉਹ ਆਪਣੇ ਪੋਤੇ ਨੂੰ ਘਰ ਰੱਖ ਕੇ ਬੜੇ ਪਿਆਰ ਨਾਲ ਪਾਲਦੀ। ਪੋਤੇ ਨੂੰ ਨਹਾਉਂਦੀ, ਧਵਾਉਂਦੀ, ਰੋਟੀ ਖਵਾਉਂਦੀ। ਉਸ ਨਾਲ ਦਿਲ ਲੱਗਾ ਰਹਿੰਦਾ ਕਿਉਂਕਿ ਉਹ ਵੀ ਘਰ ਵਿੱਚ ਇਕੱਲੀ ਰਹਿ ਜਾਂਦੀ ਸੀ। ਸਾਰਾ ਦਿਨ ਆਪਣੇ ਪੋਤੇ ਦੇ ਨਾਲ ਮਸਤੀਆਂ ਕਰਦੀ, ਨਾਲੇ ਉਸ ਦਾ ਵੀ ਟਾਈਮ ਪਾਸ ਹੋ ਜਾਂਦਾ। ਉਸ ਨੇ ਕਦੇ ਆਪਣੀ ਨੂੰਹ ਨੂੰ ਜਤਾਇਆ ਨਹੀਂ ਸੀ ਕਿ ਉਹ ਕੰਮ ਘੱਟ ਕਰਦੀ ਹੈ, ਕਿਉਂਕਿ ਉਹ ਨੌਕਰੀ ਕਰਦੀ ਸੀ ਅਤੇ ਜਦੋਂ ਉਹ ਨੂੰਹ ਨੇ ਡਿਊਟੀ ਤੋਂ ਆਉਣਾ ਹੁੰਦਾ ਤਾਂ ਰਸੋਈ ਦੇ ਨਿੱਕੇ ਮੋਟੇ ਕੰਮ ਉਹ ਆਪ ਹੀ ਕਰ ਲੈਂਦੀ ਸੀ। ਉਸ ਦੀ ਨੂੰਹ ਪੁੱਤਰ ਨੇ ਕਿੰਨੀ ਵਾਰ ਕਿਹਾ ਸੀ ਕਿ ਉਹ ਜ਼ਿਆਦਾ ਕੰਮ ਨਾ ਕਰਿਆ ਕਰੇ। ਕੰਮ ਵਾਲੀ ਝਾੜੂ ਪੋਚਾ ਲਾਉਣ ਅਤੇ ਕੱਪੜੇ ਧੋਣ ਆਉਂਦੀ ਹੈ। ਉਹ ਰਸੋਈ ਦੇ ਕੰਮ ਵੀ ਉਸ ਤੋਂ ਹੀ ਕਰਵਾ ਲਿਆ ਕਰੇ। ਪਰ ਗੁਰਮੀਤ ਕੌਰ ਆਖਦੀ ਕਿ ਪੁੱਤ, ਮੈਂ ਕਿਹੜਾ ਵਿਹਲੀ ਰਹਿ ਕੇ ਵੱਡਾ ਹੋਣਾ ਏ। ਕੰਮ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਲਈ ਉਹਨਾਂ ਦਾ ਛੋਟਾ ਜਿਹਾ ਪਰਿਵਾਰ ਵਧੀਆ ਜ਼ਿੰਦਗੀ ਜੀ ਰਿਹਾ ਸੀ। ਇੱਕ ਦਿਨ ਮਾਤਾ ਮੰਜੇ 'ਤੇ ਬੈਠ ਸਬਜ਼ੀ ਕੱਟ ਰਹੀ ਸੀ। ਮਾਤਾ ਦੀ ਧੀ ਸਹੁਰੇ ਘਰੋਂ ਪੇਕੇ ਮਿਲਣ ਆਉਂਦੀ ਹੈ। ਮਾਵਾਂ ਧੀਆਂ ਦੁੱਖ ਸੁੱਖ ਕਰਦੀਆਂ ਨੇ। ਧੀ ਆਖਦੀ ਹੈ, ਇਹ ਕੀ ਮੰਮੀ, ਸਬਜ਼ੀ ਤੁਸੀਂ ਕੱਟੀ ਜਾਂਦੇ ਹੋ, ਭਾਬੀ ਕਿੱਥੇ ਹੈ? ਪੁੱਤ, ਉਹ ਡਿਊਟੀ ਤੋਂ ਆ ਕੇ ਥੋੜ੍ਹਾ ਟਾਈਮ ਆਰਾਮ ਕਰਨ ਲਈ ਅੰਦਰ ਪਈ ਆ। ਉਹ ਹੁਣੇ ਭਾਂਡੇ ਧੋ ਕੇ ਰਸੋਈ 'ਚੋਂ ਗਈ ਆ। ਮੈਂ ਸੋਚਿਆ ਵਿਹਲੀ ਬੈਠੀ ਆ, ਚੱਲ ਬੈਠੀ ਬੈਠੀ ਸਬਜ਼ੀ ਹੀ ਕੱਟ ਦੇਵਾਂ। ਮਾਤਾ ਨੇ ਧੀ ਨੂੰ ਜਵਾਬ ਦਿੱਤਾ। ਮੰਮੀ, ਤੁਹਾਡੇ ਵਾਲੀ ਵੀ ਹੱਦ ਹੀ ਹੋਈ ਆ। ਇੰਜ ਤਾਂ ਭਾਬੀ ਨੇ ਸਿਰ ਚੜ੍ਹ ਜਾਣਾ। ਬਾਅਦ ਵਿੱਚ ਤੁਹਾਡੇ ਸਿਰ ਵਿੱਚ ਗਲੀਆਂ ਕਰੇਗੀ, ਫਿਰ ਤੁਸੀਂ ਹੱਥਾਂ 'ਤੇ ਹੱਥ ਰੱਖ ਕੇ ਰੋਣਾ। ਅਜੇ ਵੀ ਮੌਕਾ ਹੈ, ਸਾਂਭ ਲਵੋ ਜੇ ਸਾਂਭਿਆ ਜਾਂਦਾ ਤਾਂ। ਹੁਣ ਮਾਤਾ ਸੋਚੀ ਪੈ ਗਈ ਸੀ। ਇੰਨੇ ਨੂੰ ਨੂੰਹ ਵੀ ਕਮਰੇ ਵਿੱਚੋਂ ਬਾਹਰ ਆਈ ਅਤੇ ਉਸ ਨੇ ਆਉਂਦਿਆਂ ਹੀ ਪੁੱਛਿਆ, ਦੀਦੀ, ਤੁਸੀਂ ਅਚਾਨਕ? ਨਾ ਕੋਈ ਫੋਨ ਕੀਤਾ, ਨਾ ਮੈਸੇਜ। ਕਿਉਂ ਭਾਬੀ, ਆਪਣੇ ਘਰ ਆਉਣ ਲਈ ਪਹਿਲਾਂ ਮੈਨੂੰ ਪੁੱਛਣਾ ਪਵੇਗਾ? ਨਹੀਂ ਨਹੀਂ ਦੀਦੀ, ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ। ਅੱਜ ਤੁਹਾਡਾ ਵੀਰਾ ਜਲਦੀ ਆ ਜਾਂਦਾ, ਜੇਕਰ ਪਤਾ ਹੁੰਦਾ ਤੁਸੀਂ ਆਉਣਾ। ਕੁੜੀ ਲਈ ਚਾਹ ਬਣਾ ਕੇ ਲਿਆ, ਮਾਤਾ ਜੀ ਬੋਲੇ। ਹਾਂਜੀ ਹਾਂਜੀ ਮਾਂ ਜੀ, ਮੈਂ ਹੁਣੇ ਬਣਾ ਕੇ ਲਿਆਈ। ਨੂੰਹ ਚਾਹ ਬਣਾਉਣ ਚਲੀ ਗਈ। ਮੰਮੀ ਜੀ, ਦੇਖਿਆ ਤੁਸੀਂ ਕਿਵੇਂ ਬੋਲਦੀ ਆ? ਅਜੇ ਤਾਂ ਤੁਸੀਂ ਬੈਠੇ ਹੋ, ਬਾਅਦ ਵਿੱਚ ਇਸ ਨੇ ਮੈਨੂੰ ਕਦੋਂ ਪੁੱਛਣਾ? ਗੁਰਮੀਤ ਕੌਰ ਨੇ ਕਿਹਾ, ਨਾ ਧੀਏ, ਤੇਰੀ ਭਾਬੋ ਤਾਂ ਬਹੁਤ ਸਮਝਦਾਰ ਅਤੇ ਸੁਲਝੀ ਹੋਈ ਆ। ਮੇਰੀ ਬਹੁਤ ਇੱਜ਼ਤ ਕਰਦੀ ਆ। ਕੀ ਹੋਇਆ ਜੇ ਮੈਂ ਕੰਮ ਵਿੱਚ ਇਸ ਦੀ ਮਦਦ ਕਰ ਦਿੰਦੀ ਹਾਂ? ਨਾਲੇ ਧੀਏ, ਘਰ ਕਿਹੜਾ ਬਗਾਨਾ, ਪੁੱਤ ਤਾਂ ਆਪਣਾ ਹੀ ਆ। ਉਹ ਨੌਕਰੀ ਕਰਕੇ ਥੱਕ ਕੇ ਆਉਂਦੀ ਆ ਵਿਚਾਰੀ, ਅਤੇ ਮੈਂ ਸਾਰਾ ਦਿਨ ਕਦੇ ਵਿਹਲੀ ਹੁੰਦੀ ਆ। ਜੇ ਪੂਰਾ ਕੰਮ ਕਰ ਲੈਂਦੀ ਹਾਂ ਤਾਂ ਮੇਰਾ ਸਰੀਰ ਵੀ ਵਧੀਆ ਤੁਰਿਆ ਰਹਿੰਦਾ, ਨਹੀਂ ਤਾਂ ਮੇਰੇ ਹੱਡ ਗੋਡੇ ਬਿਲਕੁਲ ਜੁੜ ਜਾਣਗੇ। ਮਾਂ ਦੇ ਮੂੰਹੋਂ ਭਾਬੀ ਦੀ ਤਾਰੀਫ ਸੁਣ ਕੇ ਧੀ ਤੋਂ ਬਰਦਾਸ਼ਤ ਨਾ ਹੋਇਆ। ਉਸ ਨੇ ਕਿਹਾ, ਮਰਜ਼ੀ ਏ ਤੇਰੀ ਮਾਂ, ਇਸ ਦੇ ਅੱਗੇ ਕੰਮ ਕਰ ਕਰਕੇ ਤੁਸੀਂ ਇਸ ਨੂੰ ਸਿਰ ਚੜ੍ਹਾ ਲੈਣਾ। ਸਾਰਾ ਦਿਨ ਤੁਸੀਂ ਨੂਰ ਨੂੰ ਘਰ ਰੱਖਦੇ ਹੋ, ਉਹ ਤੁਹਾਨੂੰ ਇੰਨਾ ਤੰਗ ਕਰਦਾ ਹੈ।
ਅਤੇ ਸਵੇਰੇ ਸ਼ਾਮ ਤੁਸੀਂ ਕੰਮ ਕਰਦੇ ਹੋ। ਮੈਂ ਅਕਸਰ ਵੇਖਦੀ ਹਾਂ ਕਿ ਛੁੱਟੀ ਵਾਲੇ ਦਿਨ ਵੀਰਾ ਤੇ ਭਾਬੀ ਕਿਤੇ ਨਾ ਕਿਤੇ ਬਾਹਰ ਘੁੰਮਣ ਚਲੇ ਜਾਂਦੇ ਨੇ। ਤੁਸੀਂ ਘਰ ਹੁੰਦੇ ਹੋ। ਕਈ ਵਾਰ ਤਾਂ ਇਹ ਦੋਨੋਂ ਇਕੱਲੇ ਹੀ ਜਾਂਦੇ ਨੇ। ਤੁਸੀਂ ਉਦੋਂ ਵੀ ਨੂਰ ਨੂੰ ਘਰ ਹੀ ਰੱਖ ਲੈਂਦੇ ਹੋ। ਤੁਹਾਨੂੰ ਇਹਨਾਂ ਨੇ ਇੱਕ ਨੌਕਰ ਬਣਾ ਕੇ ਰੱਖਿਆ ਹੋਇਆ ਏ। ਕੁੜੀ ਤਾਂ ਸ਼ਾਮ ਨੂੰ ਚਲੀ ਗਈ, ਪਰ ਕਿਤੇ ਨਾ ਕਿਤੇ ਗੁਰਮੀਤ ਕੌਰ ਦੇ ਦਿਲ ਵਿੱਚ ਉਸ ਦੇ ਨੂੰਹ ਪੁੱਤਰ ਪ੍ਰਤੀ ਈਰਖਾ ਪੈਦਾ ਕਰ ਗਈ। ਗੁਰਮੀਤ ਕੌਰ ਸੋਚੀ ਪੈ ਗਈ ਕਿ ਹਾਂ, ਮੈਂ ਤਾਂ ਸੱਚਮੁੱਚ ਔਖੇ ਹੋ ਕੇ ਇਹਨਾਂ ਨੂੰ ਪਾਲਿਆ, ਪੜ੍ਹਾਇਆ ਲਿਖਾਇਆ ਤੇ ਨੌਕਰੀ 'ਤੇ ਲਗਾਇਆ। ਇਹ ਮੈਨੂੰ ਸਾਰਾ ਦਿਨ ਘਰੇ ਛੱਡ ਕੇ ਆਪ ਡਿਊਟੀ 'ਤੇ ਤੁਰ ਜਾਂਦੇ ਨੇ। ਛੁੱਟੀ ਵਾਲੇ ਦਿਨ ਵੀ ਇਹ ਘਰ ਨਹੀਂ ਟਿਕਦੇ। ਇਹ ਗੱਲਾਂ ਸੋਚ ਗੁਰਮੀਤ ਕੌਰ ਆਪਣੀ ਨੂੰਹ ਪ੍ਰਤੀ ਈਰਖਾ ਰੱਖਣ ਲੱਗੀ। ਉਸ ਨੇ ਗੱਲੀਂ ਬਾਤੀਂ ਕਹਿ ਦਿੱਤਾ ਕਿ ਭਾਈ, ਹੁਣ ਮੇਰੇ ਤੋਂ ਨੂਰ ਸਾਂਭ ਨਹੀਂ ਹੁੰਦਾ, ਬਹੁਤ ਤੰਗ ਕਰਦਾ ਮੈਨੂੰ, ਤੁਸੀਂ ਇਸ ਨੂੰ ਲੈ ਕੇ ਜਾਇਆ ਕਰੋ। ਗੁਰਮੀਤ ਕੌਰ ਦੀ ਨੂੰਹ ਜਿਸ ਸਕੂਲ ਵਿੱਚ ਟੀਚਰ ਲੱਗੀ ਸੀ, ਉਸ ਨੇ ਉੱਥੇ ਹੀ ਇੱਕ ਆਂਟੀ ਨੂੰ ਨੂਰ ਨੂੰ ਸਾਂਭਣ ਲਈ ਰੱਖ ਲਿਆ। ਉਹ ਡਿਊਟੀ ਤੋਂ ਵਾਪਸ ਘਰ ਆਉਂਦੀ ਤਾਂ ਗੁਰਮੀਤ ਕੌਰ ਲੰਮੇ ਪਈ ਹੁੰਦੀ। ਉਹ ਜੋ ਕੰਮ ਪਹਿਲਾਂ ਕਰਦੀ ਸੀ, ਉਸ ਨੇ ਘਰ ਦੇ ਕੰਮ ਛੱਡ ਦਿੱਤੇ। ਨੂੰਹ ਦੇ ਡਿਊਟੀ ਤੋਂ ਆਉਂਦਿਆਂ ਹੀ ਗੁਰਮੀਤ ਕੌਰ ਆਂਢ ਗੁਆਂਢ ਦੀਆਂ ਔਰਤਾਂ ਕੋਲ ਆਪਣਾ ਮਨ ਪਰਚਾਉਣ ਚਲੀ ਜਾਂਦੀ। ਗੁਰਮੀਤ ਕੌਰ ਦੀ ਨੂੰਹ ਨੇ ਸੋਚਿਆ ਕਿ ਮੰਮੀ ਜੀ ਨੂੰ ਇੱਕਦਮ ਕੀ ਹੋ ਗਿਆ। ਪਹਿਲਾਂ ਤਾਂ ਉਹਨਾਂ ਨੇ ਕਦੇ ਇੱਦਾਂ ਨਹੀਂ ਕੀਤਾ। ਹੁਣ ਫਿਰ ਅਜਿਹਾ ਕੀ ਹੋਇਆ ਕਿ ਮੰਮੀ ਇੱਕਦਮ ਹੀ ਬਦਲ ਗਏ ਨੇ। ਉਸ ਨੇ ਆਪਣੀ ਨਣਦ ਨੂੰ ਫੋਨ ਕੀਤਾ ਅਤੇ ਕਿਹਾ, ਦੀਦੀ ਜੀ, ਜਿਸ ਦਿਨ ਦੇ ਤੁਸੀਂ ਇੱਥੋਂ ਹੋ ਕੇ ਗਏ ਹੋ, ਮੰਮੀ ਜੀ ਤਾਂ ਬਿਲਕੁਲ ਬਦਲ ਗਏ ਨੇ। ਨਾ ਤਾਂ ਉਹ ਹੁਣ ਨੂਰ ਨੂੰ ਰੱਖਦੇ ਨੇ ਅਤੇ ਨਾ ਹੀ ਘਰ ਦੇ ਕੰਮ ਵਿੱਚ ਮੇਰੀ ਕੋਈ ਮਦਦ ਕਰਦੇ ਨੇ। ਮੈਂ ਪਹਿਲਾਂ ਵੀ ਕਦੀ ਨਹੀਂ ਸੀ ਚਾਹਿਆ ਕਿ ਮੰਮੀ ਘਰ ਦਾ ਕੋਈ ਕੰਮ ਕਰਨ। ਘਰ ਵਿੱਚ ਕੰਮ ਵਾਲੀ ਲੱਗੀ ਹੋਈ ਸੀ, ਪਰ ਫਿਰ ਵੀ ਉਹ ਘਰ ਦੇ ਛੋਟੇ-ਮੋਟੇ ਕੰਮਾਂ ਵਿੱਚ ਮੇਰੀ ਮਦਦ ਕਰ ਦਿੰਦੇ ਸਨ। ਹੁਣ ਕੰਮ ਵਾਲੀ ਨੂੰ ਵੀ ਪਤਾ ਨਹੀਂ ਕੀ ਹੋਇਆ, ਉਹ ਵੀ ਜਵਾਬ ਦੇ ਗਈ, ਮੰਮੀ ਬਿਲਕੁਲ ਵੀ ਮਦਦ ਨਹੀਂ ਕਰਦੇ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਨਣਦ ਆਪਣੀ ਭਰਜਾਈ ਦੇ ਨਾਲ ਲੜਨ ਲੱਗ ਪਈ। ਨਾ ਭਾਬੀ ਜੀ, ਕੀ ਮਤਲਬ ਤੁਹਾਡਾ? ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਮੰਮੀ ਨੂੰ ਸਿਖਾਇਆ ਜਾਂ ਮੈਂ ਤੁਹਾਡੇ ਕੰਮ ਵਾਲੀ ਨੂੰ ਹਟਾਇਆ? ਤਾਂ ਨੂੰਹ ਨੇ ਕਿਹਾ, ਮੈਂ ਤਾਂ ਸਿਰਫ ਤੁਹਾਨੂੰ ਦੱਸ ਰਹੀ ਸੀ ਕਿ ਮੰਮੀ ਇੱਦਾਂ ਪਤਾ ਨਹੀਂ ਕਿਉਂ ਕਰਦੇ ਨੇ। ਕੁੜੀ ਨੇ ਕਿਹਾ, ਮੰਮੀ ਤੁਹਾਡੇ ਘਰ ਦਾ ਸਾਰਾ ਕੰਮ ਕਰਨ ਅਤੇ ਨੂਰ ਨੂੰ ਸਾਂਭਣ। ਕੀ ਉਹ ਇਸ ਘਰ ਦੇ ਨੌਕਰ ਨੇ? ਉਹਨਾਂ ਆਪਣੀ ਜਵਾਨੀ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਪੜ੍ਹਾ ਲਿਖਾ ਕੇ ਨੌਕਰੀ 'ਤੇ ਲਗਾਉਣ 'ਤੇ ਲਗਾ ਦਿੱਤੀ। ਹੁਣ ਉਹ ਸਾਰੀ ਉਮਰ ਕਿੰਨੇ ਕੰਮ ਕਰੀ ਜਾਣ। ਤੁਹਾਨੂੰ ਆਪ ਸਮਝ ਹੋਣੀ ਚਾਹੀਦੀ ਆ। ਦੀਦੀ ਜੀ, ਇਹ ਗੱਲ ਤਾਂ ਮੈਂ ਪਹਿਲਾਂ ਹੀ ਮੰਮੀ ਨੂੰ ਕਹਿੰਦੀ ਸੀ ਕਿ ਸਾਰੇ ਕੰਮ ਤੁਸੀਂ ਕੰਮ ਵਾਲੀ ਤੋਂ ਕਰਵਾ ਲਿਆ ਕਰੋ, ਪਰ ਮੰਮੀ ਕਹਿੰਦੇ ਸੀ ਕਿ ਜੇ ਮੈਂ ਕੰਮ ਛੱਡ ਦਿੱਤਾ ਤਾਂ ਮੇਰੇ ਹੱਡ ਗੋਡੇ ਕੰਮ ਕਰਨੋਂ ਛੱਡ ਜਾਣਗੇ। ਪਰ ਦੀਦੀ ਜੀ, ਜਦੋਂ ਹੁਣ ਕੰਮ ਵਾਲੀ ਜਵਾਬ ਦੇ ਗਈ ਤਾਂ ਮੰਮੀ ਜੀ ਨੂੰ ਥੋੜ੍ਹੀ ਬਹੁਤ ਤਾਂ ਮੇਰੀ ਮਦਦ ਕਰ ਦੇਣੀ ਚਾਹੀਦੀ ਆ ਨਾ। ਮੇਰੀ ਮਾਂ ਤੁਹਾਡੇ ਘਰ ਦੇ ਨੌਕਰ ਨਹੀਂ ਆ, ਇਸ ਲਈ ਤੁਸੀਂ ਆਪਣੇ ਕੰਮ ਦੀ ਆਪ ਜ਼ਿੰਮੇਵਾਰੀ ਸੰਭੋ। ਇਹ ਗੱਲਾਂ ਕਰਕੇ ਉਹਨਾਂ ਨੇ ਫੋਨ ਕੱਟ ਦਿੱਤਾ ਤੇ ਗੁਰਮੀਤ ਕੌਰ ਦੀ ਨੂੰਹ ਸਮਝ ਗਈ ਕਿ ਸਾਰੀ ਲੜਾਈ ਦੀ ਜੜ ਕੌਣ ਆ। 1 ਮਹੀਨੇ ਬਾਅਦ ਧੀ ਫਿਰ ਵਾਪਸ ਆਪਣੇ ਪੇਕੇ ਆਈ। ਨੂੰਹ ਦਾ ਮੂੰਹ ਦੂਜੇ ਪਾਸੇ ਤੇ ਸੱਸ ਦਾ ਮੂੰਹ ਦੂਜੇ ਪਾਸੇ ਸੀ। ਨੂੰਹ ਆਪਣੇ ਕਮਰੇ 'ਚੋਂ ਬਾਹਰ ਹੀ ਨਾ ਆਈ। ਉਸ ਨੂੰ ਪਤਾ ਸੀ ਕਿ ਇਹ ਸਾਰਾ ਕਲੇਸ਼ ਨਣਦ ਦੇ ਪੈਰੋਂ ਹੀ ਪਿਆ ਏ। ਮਾਂ ਨੇ ਧੀ ਨੂੰ ਪੁੱਛਿਆ, ਹੋਰ ਧੀਏ, ਸਹੁਰੇ ਕਿਵੇਂ ਆ? ਤੇਰੀ ਸੱਸ ਸਹੁਰਾ ਕਿਵੇਂ ਨੇ? ਤੇ ਨਾਲੇ ਮੇਰਾ ਜਵਾਈ ਕਿਵੇਂ ਆ? ਅੱਗੋਂ ਧੀ ਨੇ ਖੁਸ਼ ਹੁੰਦਿਆਂ ਕਿਹਾ, ਮਾਤਾ, ਤੇਰਾ ਜਵਾਈ ਤਾਂ ਮੇਰੇ ਤੋਂ ਪਿੱਛੇ ਬਿਨਾਂ ਪੈਰ ਵੀ ਨਹੀਂ ਪੱਟਦਾ ਤੇ ਮੇਰੀ ਸੱਸ, ਉਹ ਤਾਂ ਘਰ ਦਾ ਸਾਰਾ ਕੰਮ ਕਰਦੀ ਆ। ਮੈਂ ਤਾਂ ਮੌਜਾਂ ਕਰਦੀ, ਮੌਜਾਂ। ਅਸੀਂ ਤਾਂ ਕਦੇ ਚੰਡੀਗੜ੍ਹ ਘੁੰਮਣ ਜਾਂਦੇ ਆ ਤੇ ਕਦੇ ਸ਼ਿਮਲੇ। ਕਦੇ ਮੇਰੀ ਸੱਸ ਨੇ ਨਾ ਨੁੱਕਰ ਨਹੀਂ ਕੀਤੀ ਤੇ ਨਾ ਹੀ ਤੇਰੇ ਜਵਾਈ ਨੇ। ਹੁਣ ਸੱਸ ਸਮਝ ਗਈ ਸੀ ਕਿ ਤੂੰ ਤਾਂ ਚੰਡੀਗੜ੍ਹ ਤੇ ਸ਼ਿਮਲੇ ਫਿਰਦੀ ਰਹਿੰਦੀ ਆ
ਪਰ ਮੇਰੀ ਨੂੰਹ ਤੇ ਸਾਰਾ ਦਿਨ ਡਿਊਟੀ ਤੋਂ ਥੱਕ ਕੇ ਆ ਕੇ ਘਰੇ ਮੇਰੇ ਨਾਲ ਕੰਮ ਕਰਾਉਂਦੀ ਸੀ ਤੇ ਜੇ ਮੈਂ ਥੋੜਾ ਬਹੁਤ ਉਹਦੇ ਨਾਲ ਕਰਾ ਦਿੰਦੀ ਸਾਂ, ਉਹ ਤੇਰੇ ਤੋਂ ਜਰਿਆ ਨਾ ਗਿਆ। ਹੁਣ ਸਾਡੇ ਵਿੱਚ ਇੰਨੀ ਫਿੱਕ ਪੈ ਗਈ ਆ ਕਿ ਅਸੀਂ ਆਪਸ ਵਿੱਚ ਬੋਲਦੀਆਂ ਤੱਕ ਨਹੀਂ। ਕੁੜੀਏ, ਇਹ ਸਭ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੂੰ ਮੈਨੂੰ ਪੁੱਠੀਆਂ ਮੱਤਾਂ ਦੇ ਕੇ ਗਈ ਸੀ। ਜਾ ਹੁਣ ਆਪਦੀ ਭਰਜਾਈ ਨੂੰ ਬੁਲਾ ਕੇ ਲਿਆ। ਨਣਦ ਭਰਜਾਈ ਨੂੰ ਬੁਲਾਉਣ ਗਈ ਤਾਂ ਭਰਜਾਈ ਵੀ ਬਾਹਰ ਆ ਜਾਂਦੀ। ਸੱਸ ਨੂੰਹ ਨੂੰ ਸਾਰੀ ਗੱਲ ਦੱਸਦੀ ਆ ਕਿ ਪੁੱਤ, ਆਪਣੇ ਵਿੱਚ ਲੜਾਈ ਤਾਂ ਇਸੇ ਦੇ ਕਰਕੇ ਪਈ ਆ। ਨੂੰਹ ਕਹਿੰਦੀ ਕਿ ਮੰਮੀ ਜੀ, ਮੈਨੂੰ ਸਭ ਪਤਾ, ਪਰ ਮੈਂ ਸਿਰਫ ਇਸ ਕਰਕੇ ਨਹੀਂ ਬੋਲੀ ਕਿ ਤੁਹਾਨੂੰ ਲੱਗੇਗਾ ਕਿ ਇਸ ਘਰ ਵਿੱਚ ਮੇਰੀ ਕਦਰ ਨਹੀਂ। ਨਣਦ ਭਰਜਾਈ ਤੋਂ ਮਾफ़ੀ ਮੰਗਦੀ ਆ। ਦੋਵੇਂ ਨਣਦ ਭਰਜਾਈ ਇੱਕ ਦੂਜੀ ਦੇ ਗਲ ਲੱਗ ਜਾਂਦੀਆਂ ਨੇ। ਨਣਦ ਆਪਣੀ ਭਰਜਾਈ ਨੂੰ ਕਹਿੰਦੀ ਆ ਕਿ ਭਾਬੀ ਜੀ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾफ़ ਕਰ ਦਿਓ। ਜੋ ਮੈਂ ਮੰਮੀ ਦੇ ਕੰਨ ਭਰੇ ਤੁਹਾਡੇ ਖਿਲਾਫ। ਇਹ ਤੁਹਾਡੇ ਘਰ ਦਾ ਮਸਲਾ, ਤੁਸੀਂ ਨੂੰਹ ਸੱਸ ਜਿਵੇਂ ਮਰਜ਼ੀ ਰਹੋ। ਮੈਂ ਤੁਹਾਡੇ ਪਰਿਵਾਰ ਦੇ ਮਸਲੇ ਵਿੱਚ ਕਦੇ ਨਹੀਂ ਆਵਾਂਗੀ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਵਿਆਹੀਆਂ ਕੁੜੀਆਂ ਨੂੰ ਕਦੇ ਵੀ ਆਪਣੇ ਪੇਕੇ ਘਰ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇਸ ਨਾਲ ਜਿੱਥੇ ਸੱਸ ਨੂੰਹ ਦੇ ਰਿਸ਼ਤੇ ਵਿੱਚ ਤਰੇੜ ਆਉਂਦੀ ਹੈ, ਉੱਥੇ ਕੁੜੀਆਂ ਦੀ ਕਦਰ ਵੀ ਆਪਣੇ ਪੇਕੇ ਘਰ ਵਿੱਚੋਂ ਘਟ ਜਾਂਦੀ ਆ। ਜਿਹੜੇ ਰਿਸ਼ਤਿਆਂ ਦਾ ਨੂੰਹ ਮਾਸ ਦਾ ਰਿਸ਼ਤਾ ਹੋਵੇ ਤੇ ਜੋ ਕਦੇ ਵੀ ਟੁੱਟ ਨਾ ਸਕਦਾ ਹੋਵੇ, ਉਸ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਤੋੜਨਾ ਨਹੀਂ ਚਾਹੀਦਾ, ਕਿਉਂਕਿ ਜਿੱਥੇ ਸੱਸ ਨਾਲ ਨੂੰਹ ਨੇ ਖੜ ਜਾਣਾ ਹੈ, ਉੱਥੇ ਧੀ ਕਦੇ ਵੀ ਨਹੀਂ ਖੜ ਸਕਦੀ। ਕਿਉਂਕਿ ਜਿਸ ਘਰ ਵਿੱਚ ਕੁੜੀ ਵਿਆਹੀ ਗਈ, ਉੱਥੇ ਉਸ ਦੀ ਜ਼ਿੰਮੇਵਾਰੀ ਉਸ ਦੇ ਸੱਸ ਸਹੁਰੇ ਨੂੰ ਸਾਂਭਣ ਦੀ ਹੁੰਦੀ ਹੈ, ਨਾ ਕਿ ਪੇਕਿਆਂ ਘਰ ਆ ਕੇ ਆਪਣੇ ਮਾਪਿਆਂ ਨੂੰ। ਨਾ ਹੀ ਆਪਣੇ ਸਹੁਰਿਆਂ ਦੇ ਘਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਕਦੇ ਕੋਈ ਕੁੜੀ ਆਪਣੇ ਮਾਂ ਪਿਓ ਦੀ ਸੇਵਾ ਸੰਭਾਲ ਕਰਨ ਲਈ ਪੇਕੇ ਘਰ ਆ ਸਕਦੀ ਹੈ। ਇਸ ਲਈ ਸਾਰੇ ਰਿਸ਼ਤਿਆਂ ਵਿੱਚ ਆਪਸੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗਦੀ ਹੈ ਤਾਂ ਕਹਾਣੀ ਨੂੰ ਸ਼ੇਅਰ ਲਾਈਕ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ। ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਕੱਲ੍ਹ ਕਿਸੇ ਹੋਰ ਨਵੀਂ ਕਹਾਣੀ ਨਾਲ। ਤਦ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।